ਥੋੜਾ ਜਿਹਾ ਦੱਸੋ ਨਾ ਇਸ ਆਪਣਾ ਜਗ੍ਹਾ ਦੇ ਬਾਰੇ ਵਿੱਚ ਜਿੱਥੇ ਅਸੀਂ ਇਸ ਵੇਲੇ ਖੜੇ ਹਾਂ ਜੀ। ਜੀ ਬਿਲਕੁਲ, ਇਸ ਵੇਲੇ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਮਹਾਂ ਪਵਿੱਤਰ ਅਸਥਾਨ ਨਾਨਕਾਣਾ ਇਸ ਕਰਕੇ ਕਿਹਾ ਜਾਂਦਾ ਕਿ ਇੱਥੇ ਦੇ ਨਾਨਕ ਆਏ ਹੋਏ ਨੇ, ਨਾਨਕ ਸਾਹਿਬ ਦਾ ਜਨਮ ਹੋਇਆ ਹੈ ਤੇ ਇਹ ਉਹ ਅਸਥਾਨ ਹੈ। ਤੇ ਇਹਨੂੰ ਬਣਾਉਣ ਵਿੱਚ ਜ਼ਿਆਦਾਤਰ ਜਿਹੜਾ ਹੈ ਮੁਗਲਾਂ ਦੇ ਦੌਰ 'ਚ ਵੀ ਇਹਦੀ ਮੁਰੰਮਤ ਹੋਈ ਹੈ, ਸਾਰਾ ਕੁਝ ਬਣਿਆ ਹੋਇਆ ਕਾਫੀ। ਫਿਰ ਉਸ ਤੋਂ ਬਾਅਦ ਜ਼ਿਆਦਾ ਮਹਾਰਾਜਾ ਰਣਜੀਤ ਸਿੰਘ ਨੇ, ਜਿਹੜੀ ਸਾਹਮਣੇ ਬਾਰਾਦਰੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ, ਉਹ ਮਹਾਰਾਜਾ ਰਣਜੀਤ ਸਿੰਘ ਨੇ ਬਣਾਈ। ਫਿਰ ਇਸ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰੂ ਘਰ ਦੇ ਨਾਲ ਜ਼ਮੀਨਾਂ ਵੀ ਮਹਾਰਾਜਾ ਰਣਜੀਤ ਸਿੰਘ ਨੇ ਲਾਈਆਂ। ਅਗਰ ਇਧਰ ਪਾਸੇ ਲੰਗਰ ਹਾਲ ਹੈ, ਇਧਰ ਪਾਸੇ ਰਿਹਾਇਸ਼ ਦੀ ਜਗ੍ਹਾ ਹੈ। ਸਕੂਲ ਦਾ ਜਿਹੜਾ ਇਹ ਸਰਾ ਬਲਾਕ ਜਿਹੜਾ ਸੀ, ਇਹ ਸਕੂਲ ਦਾ ਹਿੱਸਾ ਸੀ, ਸਕੂਲ ਦੇ ਬੱਚੇ ਇੱਥੇ ਆ ਕੇ ਰਹਿੰਦੇ ਸੀ। ਸੋ ਇਹ ਗੁਰੂ ਘਰ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ, ਸਿੱਖਾਂ ਲਈ ਬਹੁਤ ਇੰਪੋਰਟੈਂਟ ਪਲੇਸ ਹੈ, ਸਭ ਤੋਂ ज़्यादा इम्पोर्टेंट प्लेस है। इस साल 550वां साल है। यहाँ ये जूते जमा हो रहे हैं, यहाँ बिल्कुल उसी तरह जैसे हम दरबारों पर जाते हैं और अपने जूते जमा कराते हैं, वैसे ही ये जगह है। मगर यहाँ जूते जमा कराने के लिए कोई फीस नहीं है, कोई पैसे नहीं देने पड़ते। ये यहाँ पानी की छबील लगाई हुई है, इन्होंने कि जो भी आए पानी पिए। और ये पानी से गुजर कर जाना पड़ता है, अंदर ये पानी है, तो ये पानी से यहाँ से सब नंगे पाँव आते हैं और इस पानी से गुजरते हैं। और ये देखिए ये नीचे पानी, सब लोग ये गुजर जा रहे हैं, गुजर रहे हैं। सर ढांप कर हम लोग अंदर जाएं। ये सर ढांप लिया है इन्होंने। ये कुआं है जनाब, तो ये कुआं कितना पुराना है जी? ਬਾਬੇ ਨਾਨਕ ਦੇ ਘਰ ਦਾ ਖੂਹ ਸੀ ਔਰ ਇਹ ਉਹਨਾਂ ਦੀ ਭੈਣ ਜਿਹੜੀ ਹੈ ਬੀਬੀ ਨਾਨਕੀ, ਉਹਨਾਂ ਦੇ ਨਾਂ ਦੇ ਉੱਤੇ ਹੈ। ਤੇ ਇਹੋ ਹੀ ਪਾਣੀ ਦਾ ਵਾਹਦ ਜ਼ਰੀਆ ਸੀ ਪਹਿਲੇ ਗੁਰਦੁਆਰੇ ਦੇ ਵਿੱਚ। ਹੁਣ ਜਿਹੜਾ ਹੈ ਬਹੁਤ ਸਾਰੇ ਉਹ ਆ ਚੁੱਕੇ, ਲੇਕਿਨ ਇਹਦਾ ਫਿਲਟਰ ਜਿਹੜਾ ਹੈ ਹੁਣ ਇੱਧਰ ਅਮਰੀਕਨ ਫਿਲਟਰ ਲੱਗਾ ਹੋਇਆ, ਦੁਨੀਆ ਦੇ ਬਿਹਤਰੀਨ ਪਾਣੀਆਂ ਦੇ ਵਿੱਚੋਂ ਜਿਵੇਂ ਇਹਨੂੰ ਫਿਲਟਰਾਈਜ਼ ਕੀਤਾ ਜਾ ਰਿਹਾ ਔਰ ਇਹ ਦੁਨੀਆ ਭਰ ਦੇ ਵਿੱਚ ਅੰਮ੍ਰਿਤ ਜਲ ਦੇ ਤੌਰ ਤੇ ਲੈ ਕੇ ਜਾ ਰਹੇ ਨੇ। ਇਹ ਯਾਨੀ ਉਹ ਜਗ੍ਹਾ ਹੈ ਜਿੱਥੇ 1921 ਵਾਲੇ ਸਾਕਾ ਵਿੱਚ ਜਿਹੜੇ ਲੋਕਾਂ ਨੂੰ ਕੱਟ ਵੱਢ ਕੇ ਸ਼ਹੀਦ ਕੀਤਾ ਗਿਆ, ਉਹਨਾਂ ਨੂੰ ਇੱਥੇ ਕੜਾਹਿਆਂ 'ਚ ਪਾ ਕੇ ਤੇ ਬੋਇਲ ਕੀਤਾ ਗਿਆ। ਤੇ ਇਸ ਜਗ੍ਹਾ 'ਤੇ ਫਿਰ ਜਦੋਂ ਇੰਡੀਅਨ ਸੀਐਮ ਪੰਜਾਬ ਜਿਹੜਾ ਹੈ ਉਹ ਆਏ 2005-6 ਉਹਨਾਂ ਫਿਰ ਇਹ ਪਾਲਕੀ ਗਿਫਟ ਦਿੱਤੀ ਇਸ ਯਾਦਗਾਰ ਦੇ ਸਿਲਸਿਲੇ। ਹੁਣ ਇੱਥੇ ਸਿੱਖਾਂ ਦੀਆਂ ਸ਼ਾਦੀਆਂ ਹੁੰਦੀਆਂ, 4 ਫੇਰੇ ਜਿਹੜੇ ਨੇ ਉਹ ਇੱਥੇ ਦਿੱਤੇ ਜਾਂਦੇ ਨੇ। ਇੱਥੇ ਗ੍ਰੰਥ ਸਾਹਿਬ ਦਾ ਪਾਠ ਪੜਿਆ। तो ये कमरा है जिसमें ग्रंथ साहिब रखी जाती है, यानी कि वो जो शाम के बाद इधर रख दी जाती है, फिर सुबह सहरी के वक्त उसे इबादत के टाइम उधर ले दिया जाता है, मेन जहाँ पे पड़ी हुई। तो ये वो किताब है, एक किताब है इनकी मजहबी ग्रंथ साहब, जो जिंदा गुरु है अब इनका, उसको जिंदा गुरु कहते हैं ये किताब को। तो ये उसको जो है ना जी रात को यहाँ एक तरह से बिल्कुल बिस्तर की तरह ये बनी हुई ये जगह, बेड है, प्रॉपर कमरा है, उसके अंदर जो है ना जहाँ बाकी इधर रूम है जहाँ ग्रंथी बैठ के 24 आवर पढ़ता रहता है। ये ਖੰਡਾ ਇਹਦੇ ਉੱਤੇ ਲੱਗਾ, ਜਿਹੜੀ 2 ਧਾਰੀ ਤਲਵਾਰ ਹੈ ਇਹਨੂੰ ਖੰਡਾ ਕਿਹਾ ਜਾਂਦਾ ਹੈ। ਲੇਕਿਨ ਇਹ ਨਿਸ਼ਾਨ ਸਾਹਿਬ ਜਿਹੜਾ ਹੈ ਇਸ ਗੱਲ ਦੀ ਹੈ ਕਿ ਇਹ ਗੁਰੂ ਘਰ ਹੈ। ਗੁਰੂ ਘਰ ਦੇ ਵਿੱਚ ਇਸ ਗੱਲ ਦੀ ਵੀ ਨਿਸ਼ਾਨੀ ਰੱਖੀ ਜਾਂਦੀ ਸੀ ਕਿ ਇੱਥੇ ਖਾਣਾ ਪੀਣਾ ਰਹਿਣਾ ਜਿਹੜਾ ਹੈ ਉਹ फ्री होएगा। गुरुद्वारे में 3 चीज़ों का आना बहुत ज़रूरी है, ग्रंथ साहब, लंगर और अकोमोडेशन। जिस गुरुद्वारे में ये तीनों चीज़ें हैं वो यानी लिविंग गुरुद्वारा गिना जाता है, और जिसमें नहीं होंगी वो गुरुद्वारा तो होगा लेकिन वो लिविंग फंक्शनल नहीं होगा। ਸਾਡੇ ਹਾਂ ਸਜ਼ਾਵਾਂ ਦਾ ਤਸਵਰ ਜਿਹੜਾ ਹੈ ਕਿ ਕਿਸੇ ਨੇ ਅਗਰ ਕੋਈ ਗਲਤੀ ਕੀਤੀ ਹੈ ਜਾਂ ਕਿਸੇ ਨੇ ਜਾਣਬੁੱਝ ਕੇ ਵੀ ਕੋਈ ਕੀਤਾ ਹੈ ਤਾਂ ਉਹਨਾਂ ਨੂੰ ਸਜ਼ਾਵਾਂ ਦਾ ਤਸਵਰ ਇਹ ਹੁੰਦਾ ਸੀ ਸਾਡੇ ਸਬ ਕੰਟੀਨੈਂਟ ਦੇ ਵਿੱਚ ਕਿ ਉਹਨੂੰ ਗੁਰਦੁਆਰੇ ਦੇ ਵਿੱਚ ਜੁੱਤੀਆਂ ਸਾਫ਼ ਕਰਨੀਆਂ
ਜਾਂ ਭਾਂਡੇ ਧੋਣ ਦੇ, ਇਹ 2-2 ਸਾਲ 2.5 ਸਾਲ 3-3 ਸਾਲ ਜਿਹੜੀ ਹੈ ਸਜ਼ਾ ਦੇ ਤੌਰ ਤੇ ਵੀ ਰੱਖਿਆ ਜਾਂਦਾ ਸੀ ਔਰ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਨੇ। ਵਜ਼ੀਰ ਦਾਖਲਾ ਬੂਟਾ ਸਿੰਘ ਨੂੰ ਸਜ਼ਾ ਹੋਈ ਸੀ, ਉਹਨੂੰ 5 ਸਾਲ ਦੀ, ਸਭ ਤੋਂ ਜ਼ਿਆਦਾ ਸਜ਼ਾ 5 ਸਾਲ ਦੀ ਹੋਈ ਸੀ। ਉਹਨੂੰ ਦਰਬਾਰ ਸਾਹਿਬ ਗੋਲਡਨ ਟੈਂਪਲ ਦੇ ਜਿਹੜੇ ਸੀ ਆਪਣਾ ਜੁੱਤੀਆਂ ਸਾਫ਼ ਕਰਨੀਆਂ ਤੇ ਉਹਦੇ ਭਾਂਡੇ ਧੋਣ ਦੀ ਸੇਵਾ ਜਿਹੜੀ ਆ ਉਹਨੂੰ ਦਿੱਤੀ ਗਈ ਸੀ। ਉਹਨੇ 5 ਸਾਲ ਪੂਰੇ ਕੀਤੇ ਸੀ।